Well, if you are doing some kind of job, ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਇੱਕ ਹਾਊਸਵਾਈਫ ਹੋ ਜਾਂ ਤੁਸੀਂ ਉਹ ਬੱਚੇ ਹੋ ਜਿਹੜੇ ਕਿ ਆਇਲਸ ਦੀ ਪ੍ਰੈਕਟਿਸ ਕਰਨ ਲਈ ਪ੍ਰੋਪਰ ਟਾਈਮ ਨਹੀਂ ਕੱਢ ਪਾਉਂਦੇ ਐਂਡ ਬਿਕੋਜ਼ ਯੂ ਹੈਵ ਜੁਆਇਨਡ ਸਮ ਕਾਈਂਡ ਆਫ ਕਾਲਜ then this video can be very helpful for you because this video which will be discussing how you can easily manage all your responsibilities that you have on your shoulders and still can prepare for your IELTS exam and crack it. ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਦ ਸ਼ਡਿਊਲ ਵਿਚ ਕੈਨ ਬੀ ਫੋਲੋਡ ਬਾਈ ਅ ਪਰਸਨ ਜਿਹੜਾ ਕਿ 9 to 5 ਜੌਬ ਕਰਦਾ ਹੈ, ਜਿਹੜਾ ਕਿ ਹਾਊਸ ਵਾਈਫ ਹੈ ਐਂਡ ਉਹ ਉਹਨਾਂ ਦੇ ਮੋਢਿਆਂ ਤੇ ਬਹੁਤ ਜ਼ਿੰਮੇਵਾਰੀਆਂ ਨੇ, ਉਹਨਾਂ ਨੂੰ ਟਾਈਮ ਨਹੀਂ ਮਿਲਦਾ ਆਪਣਾ ਕਿਸੇ ਕੋਚਿੰਗ ਇੰਸਟੀਟਿਊਟ ਜਾ ਕੇ ਸੋਲਵ ਕਰਨ ਦਾ ਜਾਂ ਕੁਝ ਕੋਚਿੰਗ ਲੈਣ ਦਾ, ਜਾਂ ਐਂਡ ਆਫ ਦ ਡੇ ਯੂ ਆਰ ਦੈਟ ਸਟੂਡੈਂਟ ਜਿਹੜਾ ਕਿ ਕਿਸੇ ਕਾਲਜ ਵਿੱਚ ਐਡਮਿਸ਼ਨ ਲਈ ਹੋਈ ਹੈ ਐਂਡ ਯੂ ਡੋਂਟ ਫਾਈਂਡ ਟਾਈਮ ਟੂ ਈਵਨ go to a single class. So ਅੱਜ ਦੀ video is dedicated to all those guys. I'll be listing down the things which they are supposed to do for a day. ਪੂਰਾ ਦਿਨ ਉਹਨਾਂ ਨੂੰ ਕੀ ਸ਼ਡਿਊਲ ਫੋਲੋ ਕਰਨਾ ਚਾਹੀਦਾ ਹੈ ਐਂਡ ਉਸ ਤੋਂ ਬਾਅਦ ਜਦੋਂ ਪੇਪਰ ਫਿਲ ਕਰ ਦਿੰਦੇ ਨੇ ਕਿੱਦਾਂ ਦਾ ਸ਼ਡਿਊਲ ਉਹਨਾਂ ਦਾ ਚੇਂਜ ਹੋਊਗਾ. I'll be talking about it and end of the day what books are prescribed for them, ਐਂਡ ਕਿਹੜੇ ਚੀਜ਼ਾਂ ਉਹਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ. ਮੈਂ ਉਹਦਾ ਲਿੰਕ ਦਊਂਗਾ ਸੋ ਦੈਟ ਯੂ ਕੈਨ ਜਸਟ ਗ੍ਰੈਬ ਆਲ ਦੋਸ ਬੁੱਕਸ ਫ੍ਰੀ ਆਫ ਕੋਸਟ. ਸੋ ਪਹਿਲਾਂ ਤਾਂ ਇਹ ਚੀਜ਼ ਧਿਆਨ ਰੱਖੋ ਐਂਡ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਕਿ ਸਿਰਫ ਜੌਬ ਕਰਦੇ ਨੇ. ਦਿਸ ਵੀਡੀਓ ਇਜ਼ ਫॉर ਐਵਰੀਬਡੀ ਜਿਹੜਾ ਕਿ ਇੱਕ ਸ਼ਾਰਟ ਸਪੈਨ ਦੇ ਵਿੱਚ ਐਂਡ ਆਪਣਾ ਬਹੁਤ ਘੱਟ ਐਨਰਜੀ ਕੰਜ਼ਿਊਮ ਕਰਦੇ ਹੋਏ ਕੋਚਿੰਗ ਆਪਣੀ ਬਿਨਾਂ ਲਏ ਆਇਲਸ ਕਰੈਕ ਕਰਨਾ ਚਾਹੁੰਦਾ ਹੈ. ਦਿਸ ਵੀਡੀਓ ਇਜ਼ ਫॉर ਐਵਰੀ ਪਰਸਨ ਹੂ ਵਾਂਟਸ ਇਟ. ਸੋ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਆਪਾਂ ਡਿਸਾਈਡ ਕਰਦੇ ਹਾਂ ਕਿ ਸਾਡੇ ਵਰਕਿੰਗ ਆਵਰਸ ਕੀ ਹੁੰਦੇ ਨੇ. ਮੈਂ ਇੱਦਾਂ ਕਰਦਾ, ਆਪਾਂ ਡਿਵਾਈਡ ਕਰਦੇ ਹਾਂ. ਲੈਟਸ ਟਾਕ ਡਿਵਾਈਡ 24 ਆਵਰਸ ਇਨਟੂ 3 ਪਾਰਟਸ. ਆਪਾਂ 3 ਹਿੱਸਿਆਂ 'ਚ ਡਿਵਾਈਡ ਕਰਦੇ ਹਾਂ. ਇੱਕ ਤਾਂ ਹਿੱਸਾ ਆਪਾਂ ਮੰਨਦੇ ਹਾਂ 8 ਘੰਟੇ ਸਾਡੇ ਕੰਮ ਦਾ, ਸਾਡੀ ਵਰਕਿੰਗ, ਸਾਡੇ ਕੰਮ ਚਾਹੇ ਅਸੀਂ ਘਰੇ ਕਰਦੇ ਹਾਂ ਚਾਹੇ ਕਿਤੇ ਜੌਬ ਕਰਦੇ ਹਾਂ, ਇਹ ਮੰਨਦੇ ਆ ਕਿ 9 ਤੋਂ 5 ਅਸੀਂ ਕਿਤੇ ਨਾ ਕਿਤੇ ਵੀ ਆਰ ਸਟਕ ਵਿਦ ਆਰ ਵਰਕ. ਚਾਹੇ ਉਹ 9 ਤੋਂ 5 ਹੈ, ਇਹਨੂੰ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰ ਲਓ, ਚਾਹੇ ਉਹ ਸਵੇਰੇ 8 ਤੋਂ 6 ਹੈ, ਜਿਵੇਂ ਮਰਜ਼ੀ ਕਰ ਲਓ. ਬਟ ਵੀ ਜਸਟ ਫੀਲ ਲਾਈਕ ਕਿ ਤੁਹਾਡੇ 24 ਘੰਟੇ 'ਚੋਂ 8 ਘੰਟੇ ਤੁਸੀਂ ਜੌਬ ਨੂੰ ਦੇਣੇ ਆ, ਤੁਸੀਂ ਆਪਣੇ ਕੰਮ ਨੂੰ ਦੇਣੇ ਆ, ਤੁਸੀਂ ਆਲਸ ਨੂੰ ਨਹੀਂ ਦੇਣੇ. ਓਕੇ, ਸਾਨੂੰ ਨਹੀਂ ਚਾਹੀਦੇ. ਅੱਛਾ, 8 ਘੰਟੇ ਦੀ ਨੀਂਦ ਵੀ ਪੂਰੀ ਹੈ. ਸੋ ਅਨਦਰ 8 ਆਵਰਸ ਆਰ ਡੈਡੀਕੇਟਿਡ ਫॉर ਯੂਰ ਸਲੀਪ. ਚੱਲ ਇਹ ਵੀ ਮੰਨ ਲਿਆ. ਓਕੇ, ਡਨ. ਬਚੇ ਤੁਹਾਡੇ ਕੋਲ 8 ਘੰਟੇ ਜਿਹੜਾ ਕਿ ਤੁਸੀਂ ਯੂਟੀਲਾਈਜ਼ ਕਰਨੇ ਨੇ ਇਨ ਅ ਵੈਰੀ ਮੀਨਿੰਗਫੁਲ ਵੇ ਸੋ ਦੈਟ ਯੂ ਕੈਨ ਪ੍ਰੀਪੇਅਰ ਇਟ ਇਨ ਅ ਵੈਰੀ ਗੁੱਡ ਸੈਂਸ. ਸੋ ਸਭ ਤੋਂ ਪਹਿਲਾਂ ਕਰਨਾ ਕੀ ਹੈ, ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਯੂ ਮਸਟ ਅੰਡਰਸਟੈਂਡ ਦੈਟ ਕਿ ਤੁਹਾਡੇ ਕਿਹੜੇ ਜ਼ੋਨ ਨੇ ਜਿਨ੍ਹਾਂ ਵਿੱਚ ਤੁਸੀਂ ਇਸ ਚੀਜ਼ ਨੂੰ ਕਰਨਾ. ਦ ਸਟੇਜਸ ਵਿਚ ਵਿਲ ਟੇਕ ਯੂ ਟੂਵਰਡਸ ਆਇਲਸ ਗੁੱਡ ਸਕਸੈਸ ਜਿਹੜੀ ਚੀਜ਼ ਹੁੰਦੀ ਹੈ. ਸਭ ਤੋਂ ਪਹਿਲਾਂ ਤੁਹਾਡਾ ਆਊਗਾ ਦ ਪ੍ਰੈਕਟਿਸ ਟਾਈਮ, ਠੀਕ ਹੈ. ਫਿਰ ਆਊਗਾ ਤੁਹਾਡਾ ਰਿਵੀਜ਼ਨ ਟਾਈਮ ਕੀ ਹੁੰਦੀ ਹੈ, ਠੀਕ ਹੈ. ਐਂਡ ਆਫ ਦ ਡੇ ਤੁਹਾਡਾ ਕੋਚਿੰਗ ਟਾਈਮ ਕੀ ਹੋਣਾ ਚਾਹੀਦਾ. ਇਹ ਤੁਹਾਡੇ 3 ਚੀਜ਼ਾਂ ਹੋਣੀਆਂ ਚਾਹੀਦੀਆਂ ਨੇ: ਪ੍ਰੈਕਟਿਸ ਟਾਈਮ, ਤੁਹਾਡਾ ਰਿਵੀਜ਼ਨ ਟਾਈਮ ਐਂਡ ਤੁਹਾਡਾ ਕੋਚਿੰਗ ਟਾਈਮ. ਇੱਕ ਇਹ ਮਨ 'ਚ ਵਹਿਮ ਆਪਣਾ ਆਰਾਮ ਨਾਲ ਪਹਿਲਾਂ ਹੀ ਕੱਢ ਦਿਓ ਜੋ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਫ ਯੂ ਆਰ ਵਰਕਿੰਗ ਸਮਵੇਅਰ, ਇਹ ਤੁਹਾਨੂੰ ਭੁੱਲ ਜਾਣਾ ਚਾਹੀਦਾ ਆ ਕਿ ਤੁਸੀਂ 4 ਘੰਟੇ ਲਗਾਤਾਰ ਜਾਂ ਕਿਤੇ ਨਾ ਕਿਤੇ ਬੈਚ ਕੰਟੀਨਿਊ ਕਰ ਲਓਗੇ. ਯੂ ਕੈਨ ਨਾਟ ਡੂ ਦਿਸ. ਇਹ ਤਾਂ ਤੁਹਾਡੇ ਦਿਮਾਗ 'ਚੋਂ ਇਹ ਗੱਲ ਨਿਕਲਣੀ ਚਾਹੀਦੀ ਹੈ ਕਿ ਮੈਂ ਸਾਈਡ ਬਾਈ ਸਾਈਡ ਕਿਤੇ ਕੋਚਿੰਗ ਜੁਆਇਨ ਕਰ ਲਊਂਗਾ ਐਂਡ ਨਾਲ ਮੈਂ ਜੌਬ ਕਰ ਲਊਂਗਾ, ਜਾਂ ਕਹਿ ਲਓ ਕਿ ਈਵਨਿੰਗ ਬੈਚ ਲੈ ਲਊਂਗਾ, ਮੋਰਨਿੰਗ ਬੈਚ ਲੈ ਲਊਂਗਾ. ਦੈਟ ਇਜ਼ ਨਾਟ ਪੋਸੀਬਲ. ਉਹ ਪੋਸੀਬਲ ਨਹੀਂ ਹੋਏਗਾ. ਤੁਸੀਂ ਫੀਸ ਦਿਓਗੇ ਇੰਸਟੀਟਿਊਟ ਤਾਂ ਤੋਂ ਜਾ ਨਹੀਂ ਹੋਣਾ, ਥੱਕੇ ਹੋਏ ਜਾਓਗੇ, ਬੁਰਾ ਹਾਲ ਹੋਏਗਾ, ਉਹਦਾ ਕੋਈ ਫਾਇਦਾ ਨਹੀਂ ਹੈ, ਠੀਕ ਹੈ. ਸੋ ਪਹਿਲੇ ਤਾਂ ਇੱਕ ਚੀਜ਼ ਥੋੜ੍ਹੀ ਧਿਆਨ ਰੱਖੋ. ਹੁਣ ਦੂਜੀ ਗੱਲ, ਅਗਰ ਕੋਚਿੰਗ ਨਹੀਂ ਜਾਣਾ ਤੇ ਫਿਰ ਤੁਸੀਂ ਆਇਲਸ ਨੂੰ ਡੀਲ ਕਿੱਦਾਂ ਕਰਨਾ. ਸੋ ਇਸ ਬਾਰੇ ਗੱਲ ਕਰਦੇ ਹਾਂ. ਹੁਣ ਅਗਰ ਇਫ ਯੂ ਆਰ ਲਿਟਰਲੀ ਨਿਊ, ਤੁਸੀਂ ਬਿਲਕੁਲ ਨਵੇਂ ਹੋ ਐਂਡ ਤੁਹਾਨੂੰ ਬਿਲਕੁਲ ਹੀ ਨਹੀਂ ਪਤਾ ਆਇਲਸ ਹੈ ਕੀ ਹੈ ਐਂਡ ਕਿੱਥੋਂ ਇਹ ਸਭ ਕੁਝ ਤੁਸੀਂ ਸ਼ੁਰੂ ਕਰਨਾ ਆ, ਹਾਊ ਟੂ ਸਟਾਰਟ ਫਰੋਮ ਐਨੀਵੇਅਰ, ਦੈਨ ਆਈ ਥਿੰਕ ਤੁਹਾਨੂੰ YouTube ਬਹੁਤ ਇੱਕ ਹੈਲਪ ਕਰੇਗਾ. You should not subscribe to or just get to any kind of paid thing. ਕੋਈ paid thing ਕਰਨ ਦੀ ਜ਼ਰੂਰਤ ਨਹੀਂ ਹੈ, ਕਿਤੇ ਪੈਸੇ ਦੇਣ ਦੀ ਲੋੜ ਨਹੀਂ ਹੈ. ਆਨਲਾਈਨ ਜਸਟ YouTube ਤੇ there is so much content ਜਿਹੜਾ ਕਿ ਤੁਹਾਨੂੰ ਇੱਕ ਆਇਲਸ ਦੀ ਬਰੀਫ ਇੰਟਰੋਡਕਸ਼ਨ ਦੇ ਸਕਦਾ ਹੈ, ਠੀਕ ਹੈ. ਐਂਡ ਈਵਨ ਅਗਰ ਤੁਸੀਂ ਇਸ ਚੈਨਲ ਦੀ ਪਲੇਲਿਸਟ ਵੀ ਦੇਖੋਗੇ, ਯੂ ਵਿਲ ਗੈਟ ਡੈਡੀਕੇਟਿਡ ਪਲੇਲਿਸਟ ਆਫ ਰੀਡਿੰਗ ਮੋਡਿਊਲ, ਆਫ ਰਾਈਟਿੰਗ ਮੋਡਿਊਲ, ਆਫ ਲਿਸਨਿੰਗ ਮੋਡਿਊਲ ਐਂਡ ਸਪੀਕਿੰਗ ਮੋਡਿਊਲ. ਤੁਹਾਨੂੰ ਚਾਰੇ ਮੋਡਿਊਲਸ ਦੀਆਂ ਡਿਟੇਲਡ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ ਵਿਚ ਵਿਲ ਬੀ ਇੰਟਰੋਡਿਊਸਿੰਗ ਯੂ ਟੂਵਰਡਸ ਯੂਰ ਡਿਫਰੈਂਟ ਮੋਡਿਊਲਸ.
ਉਹਦੇ ਨਾਲ ਹੋਊਗਾ ਕਿ ਤੁਹਾਡਾ ਇੱਕ ਮਾਈਂਡਸੈਟ ਬਣ ਜਾਏਗਾ। ਉਹਨਾਂ ਸਾਰੀ ਪਲੇਲਿਸਟ ਦੀ ਵੀਡੀਓਜ਼ ਵੈਸੇ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ, ਵਿਚ ਯੂ ਕੈਨ ਜਸਟ ਗੋ ਐਂਡ ਚੈੱਕ। ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਚੀਜ਼ ਨੂੰ ਹੋਰ ਇਲੈਬੋਰੇਟ ਕੀਤਾ ਜਾ ਸਕੇ ਤਾਂ ਯੂ ਕੈਨ ਜਸਟ ਗੋ ਐਂਡ ਵਾਚ ਅਦਰ ਵੀਡੀਓਜ਼ ਐਜ਼ ਵੈਲ। ਇਹਦੇ 'ਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਬਟ ਐਂਡ ਆਫ ਦ ਡੇ ਯੂ ਮਸਟ ਕੰਸੀਡਰ ਕਿ ਇਫ ਯੂ ਆਰ ਨਾਟ ਏਬਲ ਟੂ ਗੋ ਟੂ ਐਨੀ ਕਾਈਂਡ ਆਫ ਕੋਚਿੰਗ ਇੰਸਟੀਟਿਊਟ, ਬਿਕੋਜ਼ ਅਗਰ ਤੁਸੀਂ ਬਰੀਫ ਇੰਟਰੋਡਕਸ਼ਨ ਹੀ ਲੈਣੀ ਹੈ IELTS ਦੀ ਜਾਂ ਡਿਫਰੈਂਟ ਮੋਡਿਊਲਸ ਦੀ, ਦੈਨ ਉਹਦੇ ਲਈ ਆਈ ਥਿੰਕ YouTube ਇਜ਼ ਵੈਰੀ ਸਫੀਸ਼ੀਐਂਟ। ਐਂਡ ਅਗਰ YouTube ਤੋਂ ਤੁਹਾਨੂੰ ਨਹੀਂ ਮਿਲਦਾ ਦ ਕੰਟੈਂਟ ਵਿਚ ਯੂ ਨੀਡ ਟੂ ਫੋਲੋ, ਯੂ ਕੈਨ ਸਿੰਪਲੀ ਗੋ ਟੂ ਦ ਵੈਬਸਾਈਟ ਆਫ ਕੈਂਬਰਿਜ, ਯੂ ਕੈਨ ਸਿੰਪਲੀ ਗੋ ਟੂ ਦ ਵੈਬਸਾਈਟ ਆਫ ਬ੍ਰਿਟਿਸ਼ ਕਾਉਂਸਲ। ਉੱਥੇ ਤੁਹਾਨੂੰ ਡਿਟੇਲ ਵਿੱਚ ਮਿਲ ਜਾਊਗਾ ਇੱਕ ਜੋ ਪੈਟਰਨ ਕੀ ਹੈ ਐਂਡ ਕਿੱਦਾਂ ਦਾ ਕੁਐਸਚਨਸ ਆਉਂਦੇ ਨੇ, ਕਿੱਦਾਂ ਕਿਸੇ ਕੁਐਸਚਨ ਨੂੰ ਸੋਲਵ ਕਰਨਾ। ਦੋਜ਼ ਐਵਰੀਥਿੰਗ ਆਰ very easily given on those websites and even on the links which are given in the description box. So ਇੱਕ ਤਾਂ ਬਹੁਤ ਬਰੀਫ ਹੈ ਕਿ ਤੁਸੀਂ at least if you're totally new, ਤੁਹਾਨੂੰ ਕੁਝ ਨਹੀਂ ਪਤਾ, ਤੁਹਾਨੂੰ ਇੱਕ ਹਫਤਾ ਡੇਢ ਹਫਤਾ ਇਹਨਾਂ ਚੀਜ਼ਾਂ ਤੋਂ ਜਸਟ ਇੱਕ ਆਪਣੀ ਸਮਝ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ ਜਾਂ ਬਣਾ ਲੈਣੀ ਚਾਹੀਦੀ ਹੈ ਕਿ ਕਿੱਦਾਂ ਦੀਆਂ ਚੀਜ਼ਾਂ ਮੈਂ ਅੱਗੇ ਪੜ੍ਹਨੀਆਂ ਨੇ, ਕੀ ਸਭ ਕੁਝ ਹੋਏਗਾ। ਸੋ ਇਹ ਤਾਂ ਆ ਗਿਆ ਇੰਟਰੋਡਕਸ਼ਨ ਵਾਲੀ ਗੱਲ। ਹੁਣ ਸੈਕੰਡ ਚੀਜ਼ ਇਜ਼ ਬੱਚਾ ਕੋਚਿੰਗ ਕਿਉਂ ਚਾਹੁੰਦਾ? ਕਿਉਂਕਿ ਉੱਥੇ ਮਟੀਰੀਅਲ ਮਿਲ ਜਾਂਦਾ ਉਹਨੂੰ, ਉਹ ਸੋਲਵ ਕਰ ਸਕਦਾ। ਵੈਲ ਤੁਹਾਡੀ ਇਹ ਪ੍ਰੋਬਲਮ ਇਸ ਤਰ੍ਹਾਂ ਮੈਂ ਹੱਲ ਕਰ ਸਕਦਾ ਕਿ ਹਰ ਕੈਂਬਰਿਜ ਦੀ ਬੁੱਕ, ਚਾਹੇ ਉਹ GT ਦੀ ਹੈ, ਜਨਰਲ ਆਇਲਸ ਦੀ ਹੈ, ਚਾਹੇ ਉਹ ਅਕੈਡਮਿਕ ਆਇਲਸ ਦੀ ਹੈ, ਉਹ ਫ੍ਰੀ ਆਫ ਕਾਸਟ ਉਹਨਾਂ ਦੀਆਂ PDFs ਜਿਹੜੀਆਂ ਹੈਗੀਆਂ ਨੇ, ਆਈ ਹੈਵ ਗਿਵਨ ਅ ਲਿੰਕ ਇਨ ਦ ਡਿਸਕ੍ਰਿਪਸ਼ਨ ਬਾਕਸ, ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਨਾਓ ਯੂ ਕੈਨ ਡੂ ਵਨ ਥਿੰਗ, ਉਹਨਾਂ ਨੂੰ ਡਾਊਨਲੋਡ ਕਰ ਲਓ, ਉਹ PDF ਫਾਰਮ ਦੇ ਵਿੱਚ ਨੇ, ਪ੍ਰਿੰਟ ਕਢਾ ਲਓ, ਫੋਟੋ ਸਟੇਟ ਕਰਵਾ ਲਓ, ਜਿੱਦਾਂ ਮਰਜ਼ੀ ਕਰਾ ਲਓ, ਬਟ ਐਂਡ ਆਫ ਦ ਡੇ ਆਲ ਦੋਜ਼ ਬੁੱਕਸ ਆਰ ਦੇਅਰ ਐਂਡ ਉਹ ਯੂ ਕੈਨ ਜਸਟ ਹੈਵ ਇਟ ਫॉर ਯੂਰ ਓਨ ਪ੍ਰੈਪਰੇਸ਼ਨ। ਤੁਹਾਨੂੰ ਕਿਤੇ ਕੋਚਿੰਗ ਇੰਸਟੀਟਿਊਟ ਤੋਂ ਮਟੀਰੀਅਲ ਬਾਏ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ। ਸੋ ਕੈਂਬਰਿਜ ਦੀਆਂ ਜਿੰਨੀਆਂ ਬੁੱਕਸ ਨੇ, ਚਾਹੇ ਉਹ 17 ਬੁੱਕਸ ਅਕੈਡਮਿਕ ਦੀਆਂ ਨੇ, ਚਾਹੇ ਉਹ ਜਨਰਲ ਆਇਲਸ ਦੀਆਂ ਨੇ, ਉਹ ਸਾਰੀਆਂ ਬੁੱਕਸ ਜਿਹੜੀਆਂ ਨੇ ਉਹ ਫ੍ਰੀਲੀ ਅਵੇਲੇਬਲ ਹੈਗੀਆਂ ਨੇ ਐਂਡ ਦ ਡਿਸਕ੍ਰਿਪਸ਼ਨ ਬਾਕਸ ਵਿੱਚ ਉਹਦਾ ਲਿੰਕ ਹੈਗਾ। ਸੋ ਜਸਟ ਗੋ ਐਂਡ ਗ੍ਰੈਬ ਦੋਜ਼ ਬੁੱਕਸ, ਆਰਾਮ ਨਾਲ ਆਪਣੀ ਪ੍ਰੈਪਰੇਸ਼ਨ ਤੁਸੀਂ ਕਰ ਸਕਦੇ ਹੋ। ਸੋ ਤੁਹਾਡੀ ਇੰਟਰੋਡਕਸ਼ਨ ਵਾਲਾ ਕੰਮ ਖਤਮ ਹੋ ਗਿਆ, ਤੁਹਾਡਾ ਜੋ ਮਟੀਰੀਅਲ ਤੁਸੀਂ ਪੜ੍ਹਨਾ ਹੈ, ਜਿੱਥੋਂ ਪ੍ਰੈਕਟਿਸ ਕਰਨੀ ਉਹ ਤੁਹਾਡਾ ਕੰਮ ਖਤਮ ਹੋ ਗਿਆ। ਦੋ ਚੀਜ਼ਾਂ ਮੇਨ ਤੁਹਾਡੀਆਂ ਜਿਹੜੀਆਂ ਹੋ ਗਈਆਂ। ਹੁਣ ਅਗਲੀ ਗੱਲ ਆ ਗਈ, ਹੁਣ ਕੋਚਿੰਗ ਵਾਲਾ ਕੰਮ ਤੁਹਾਡਾ ਖਤਮ ਹੋ ਗਿਆ, ਹੁਣ ਪ੍ਰੈਕਟਿਸ ਕਿੱਦਾਂ ਕਰਨੀ ਹੈ। ਨਾਓ ਯੂ ਮਸਟ ਅੰਡਰਸਟੈਂਡ ਦੈਟ ਦੋ ਮੋਡਿਊਲ ਬਹੁਤ ਕ੍ਰੂਸ਼ੀਅਲ ਨੇ, ਵਿਚ ਆਰ ਯੂਰ ਰੀਡਿੰਗ ਐਂਡ ਯੂਰ ਰਾਈਟਿੰਗ। ਇਹ ਬਹੁਤ ਕ੍ਰੂਸ਼ੀਅਲ ਮੋਡਿਊਲ ਨੇ। ਹੁਣ ਰੀਡਿੰਗ ਐਂਡ ਰਾਈਟਿੰਗ ਦੀ ਪ੍ਰੈਕਟਿਸ ਕਿੱਦਾਂ ਕਰਨੀ ਹੈ, ਇਹ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਇੱਕ ਚੀਜ਼ ਧਿਆਨ ਰੱਖੋ, ਤੁਹਾਡੇ ਜੋ 24 ਘੰਟੇ ਹੈਗੇ ਆ, ਠੀਕ ਹੈ, ਉਹਨਾਂ ਨੂੰ ਕਿੱਦਾਂ ਤੁਸੀਂ ਡੀਲ ਕਰਨਾ ਹੈ। ਪਹਿਲਾਂ ਤਾਂ ਆਪਣਾ ਵਰਕਿੰਗ ਆਰ ਜਿਹੜੇ ਤੁਹਾਡੇ ਹੈਗੇ ਨਾ, ਉਹਨੂੰ ਥੋੜ੍ਹਾ ਜਿਹਾ ਆਪਣਾ ਫਿਕਸ ਕਰੋ, ਵੈਦਰ ਇਟ ਇਜ਼ 9 to 5 ਜਾਂ ਕੀ ਤੁਹਾਡਾ ਟਾਈਮ ਹੈਗਾ ਆ। ਹੁਣ ਤੁਸੀਂ ਕਹੋਗੇ ਸਰ ਟਰੈਵਲਿੰਗ ਵਿੱਚ ਵੀ ਟਾਈਮ ਲੱਗਦਾ, ਸੋ ਟਰੈਵਲਿੰਗ ਦੇ ਵਿੱਚ ਆਪਾਂ ਇੱਕ ਮੋਡਿਊਲ ਕਰ ਸਕਦੇ ਹਾਂ। ਉਹ ਇੱਕ ਟਾਈਮ ਨੂੰ ਵੱਖਰਾ ਰੱਖਾਂਗੇ। ਤੁਸੀਂ ਬੱਸ ਵਿੱਚ ਜਾਂਦੇ ਹੋ, ਕਾਰ ਵਿੱਚ ਜਾਂਦੇ ਹੋ, ਉਹਦੇ ਵਿੱਚ ਕਿਹੜਾ ਮੋਡਿਊਲ ਆਪਾਂ ਕਰਨਾ ਉਹ ਵੱਖਰਾ ਰੱਖਾਂਗੇ। ਵਿਲ ਬੀ ਈਵਨ ਯੂਟੀਲਾਈਜ਼ਿੰਗ ਆਲ ਦੋਜ਼ ਮਿਨਟਸ ਐਜ਼ ਵੈਲ। ਸੋ ਪਹਿਲੀ ਗੱਲ ਇੱਕ ਚੀਜ਼ ਧਿਆਨ ਰੱਖੋ ਕਿ ਜੋ ਤੁਹਾਡੇ 8 ਘੰਟੇ ਸੌਣ ਦੇ ਨੇ, ਆਪਾਂ ਸਵੇਰ ਤੋਂ ਸ਼ੁਰੂ ਕਰਦੇ ਹਾਂ, 8 ਘੰਟੇ ਨਾ ਸੌਓ, ਠੀਕ ਹੈ। ਡੂ ਨਾਟ ਸਲੀਪ ਫॉर 8 hours ਇਫ ਯੂ ਆਰ ਹੈਵਿੰਗ ਦਿਸ ਕਾਈਂਡ ਆਫ ਟਾਰਗੇਟ। ਆਪਣੇ ਆਰਾਮ ਨਾਲ ਸਵੇਰੇ 5 ਵਜੇ ਉੱਠੋ, ਠੀਕ ਹੈ। 5 ਵਜੇ ਉੱਠ ਕੇ ਤੁਸੀਂ ਜਸਟ ਗੋ ਫॉर ਸਮ ਕਾਈਂਡ ਆਫ ਵਾਕ, ਆਪਣੇ ਆਰਾਮ ਨਾਲ ਸੈਰ ਕਰੋ, ਥੋੜ੍ਹੀ ਫਿਜ਼ੀਕਲ ਐਕਟੀਵਿਟੀ ਕਰੋ, ਕਰਦੇ ਨਾਲ ਥੋੜ੍ਹੀ ਬਹੁਤੀ ਪੋਡਕਾਸਟ ਸੁਣਨੇ ਸ਼ੁਰੂ ਕਰੋ। ਲਿਸਨਿੰਗ ਉਸ ਵੇਲੇ ਤੁਸੀਂ ਸੁਣ ਸਕਦੇ ਹੋ। ਯੂ ਕੈਨ ਲਿਸਨ ਟੂ ਵੇਰੀਅਸ ਕਾਈਂਡ ਆਫ ਲੈਕਚਰਸ ਐਂਡ ਸਪੀਚਿਸ ਜੋ ਤੁਸੀਂ ਕਰ ਸਕਦੇ ਹੋ ਫॉर ਹਾਫ ਐਨ ਆਰ, ਜਿਹਦੇ ਨਾਲ ਕੀ ਹੋਏਗਾ, ਤੁਹਾਡੀ ਇੰਗਲਿਸ਼ ਦੀ ਜੋ ਗ੍ਰੈਬਿੰਗ ਪਾਵਰ ਹੈਗੀ ਉਹ ਹੋਰ ਇਨਕਰੀਜ਼ ਹੋਏਗੀ। ਸੋ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਕੰਮ ਜੋ ਤੁਹਾਨੂੰ ਕਰਨਾ ਚਾਹੀਦਾ ਹੈ, ਦੈਟ ਇਜ਼ ਯੂ ਮਸਟ ਗੋ ਫॉर ਅ ਵਾਕ। ਐਂਡ ਕੋਈ ਜ਼ਿਆਦਾ ਜਿਮਿੰਗ ਕਰਨ ਦੀ ਲੋੜ ਨਹੀਂ ਹੈ, ਜਸਟ ਹਾਫ ਐਨ ਆਰ ਵਾਕ ਇਜ਼ ਇਨਫ। ਅੱਧਾ ਘੰਟਾ ਵਾਕ ਕਰ ਲਓ, ਇਟਸ ਫਾਈਨ। ਉਹਦੇ ਨਾਲ ਤੁਹਾਨੂੰ ਹੋਏਗਾ ਕਿ ਯੂ ਵਿਲ ਜਸਟ ਗ੍ਰੈਬ ਯੋਰ ਇੱਕ ਸੈਂਸ ਆਫ ਇੰਗਲਿਸ਼ ਜੋ ਤੁਹਾਨੂੰ ਚਾਹੀਦੀ ਹੈ ਆਇਲਸ ਲਈ। ਹਾਫ ਐਨ ਆਰ ਇਜ਼ ਸਫੀਸ਼ੀਐਂਟ। ਉਸ ਹਾਫ ਐਨ ਆਰ ਦੇ ਵਿੱਚ ਤੁਸੀਂ ਖਬਰਾਂ ਵੀ ਸੁਣ ਸਕਦੇ ਹੋ। ਯੂ ਕੈਨ ਲਿਸਨ ਟੂ BBC। ਇੱਕ ਤਾਂ ਜਨਰਲ ਅਵੇਅਰਨੈਸ ਵਧੇਗੀ, ਦੂਜਾ ਤੁਸੀਂ ਆਪਣੀ ਇੰਗਲਿਸ਼ ਦੀ ਜੋ ਤੁਹਾਡੀ ਇੱਕ ਹੈਗੀ ਹੈ ਇੰਪਰੂਵਮੈਂਟ, ਉਹ ਤੁਸੀਂ ਕਰ ਪਾਓਗੇ। ਹਾਫ ਐਨ ਆਰ ਇਜ਼ ਸਫੀਸ਼ੀਐਂਟ। ਵੀ ਅਸਿਊਮ ਕਿ ਤੁਸੀਂ 6 ਵਜੇ ਵਾਪਸ ਆਏ। 6 ਵਜੇ ਵਾਪਸ ਆਉਣ ਤੋਂ ਬਾਅਦ ਚਲੋ ਠੀਕ ਹੈ, ਤੁਸੀਂ 8 ਵਜੇ ਕੰਮ 'ਤੇ ਨਿਕਲਣਾ ਆ, ਤਿਆਰ ਹੋ ਕੇ, ਰੋਟੀ ਖਾ ਕੇ, ਸਭ ਕੁਛ ਕਰਕੇ। ਸਟਿਲ ਵੀ ਅਸਿਊਮ ਕਿ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਕੋਲ ਬਹੁਤ ਇੱਕ ਟਾਈਮ ਹੈਗਾ ਐਂਪਲ। ਚਲੋ ਨਹੀਂ ਹੈਗਾ ਤਾਂ 6 ਤੋਂ 7:30 ਹੀ ਸਹੀ, 1.5 ਘੰਟਾ ਇਜ਼ ਸਫੀਸ਼ੀਐਂਟ।
ਹੁਣ 1.5 ਘੰਟੇ ਵਿੱਚ ਕਰਨਾ ਕੀ ਹੈ, ਹਾਊ ਵਿਲ ਵੀ ਯੂਟੀਲਾਈਜ਼ ਦੈਟ 1.5 ਘੰਟਾ? ਬੇਟਾ ਉਹਦੇ ਵਿੱਚ ਤੁਹਾਨੂੰ, ਮੈਨੂੰ ਲੱਗਦਾ ਕਰਨਾ ਚਾਹੀਦਾ ਤੁਹਾਨੂੰ ਜਾਂ ਤਾਂ ਰੀਡਿੰਗ ਕਰਨੀ ਚਾਹੀਦੀ ਹੈ ਜਾਂ ਰਾਈਟਿੰਗ ਕਰਨੀ ਚਾਹੀਦੀ ਹੈ, ਐਂਡ ਪ੍ਰੋਪਰ ਸੋਲਵ ਕਰਨਾ ਚਾਹੀਦਾ ਹੈ। ਫੋਰ ਐਗਜ਼ਾਮਪਲ ਡੂ ਯੂ ਨੋ ਕਿ ਤੁਸੀਂ 60 ਮਿੰਟਸ ਦੇ ਵਿੱਚ 3 ਪੈਸੇਜਿਸ ਕਰਨੇ ਹੁੰਦੇ ਆ ਇਨ ਦਾ ਪੇਪਰ। ਸੋ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ 1.5 ਘੰਟਾ ਮੈਂ ਸਵੇਰੇ ਆਪਣਾ ਯੂਟੀਲਾਈਜ਼ ਕਰਨਾ, ਚਾਹੇ ਉਹ 6 ਵਜੇ ਤੋਂ ਲੈ ਕੇ 7:30 ਹੈ, ਚਾਹੇ 7 ਤੋਂ ਲੈ ਕੇ 8:30 ਹੈ, ਜੋ ਤੁਹਾਨੂੰ 1.5 ਘੰਟਾ ਮਿਲਦਾ ਆ, ਰਾਦਰ ਦੈਨ ਸਪੈਂਡਿੰਗ ਦੈਟ ਟਾਈਮ ਗੋਇੰਗ ਹੇਅਰ ਐਂਡ ਦੇਅਰ, ਜਸਟ ਆਪਣਾ 1.5 ਘੰਟਾ ਬਹਿ ਕੇ ਕੋਈ ਨਾ ਕੋਈ ਮੋਡਿਊਲ ਸੋਲਵ ਕਰੋ। ਮਾਈ ਸੁਜੈਸ਼ਨ ਇਜ਼ ਯੂ ਮਸਟ ਗੋ ਫॉर ਰੀਡਿੰਗ। ਸਵੇਰੇ ਉੱਠਦੇ ਸਾਰ ਹੀ ਪਹਿਲਾਂ ਰੀਡਿੰਗ ਕਰ ਲਓ। ਸਵੇਰੇ 6 ਵਜੇ ਸ਼ੁਰੂ ਕੀਤੀ, 7 ਵਜੇ ਵਾਈਂਡ ਅਪ ਕੀਤੀ, ਹਾਫ ਐਨ ਆਵਰ ਜਸਟ ਓਬਜ਼ਰਵ ਯੂਰ ਮਿਸਟੇਕਸ, ਜੋ ਤੁਸੀਂ ਮਿਸਟੇਕਸ ਕੀਤੀਆਂ ਨੇ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਸਵੇਰੇ ਉੱਠਦੇ ਸਾਰ ਤੁਹਾਨੂੰ 2 ਮੋਡਿਊਲ ਤੁਹਾਡੇ ਖਤਮ ਹੋਣੇ ਚਾਹੀਦੇ ਆ। ਵਨ ਇਜ਼ ਯੂਰ ਲਿਸਨਿੰਗ which you must do while you're going for a walk, and ਉਸ ਤੋਂ ਬਾਅਦ ਆ ਗਿਆ ਤੁਹਾਡਾ ਰੀਡਿੰਗ, ਜੋ ਤੁਹਾਨੂੰ ਕਰਨਾ ਚਾਹੀਦਾ ਹੈ ਇਨ ਦੋਜ਼ 1.5 ਘੰਟੇ ਦੇ ਵਿੱਚ। ਸੋ ਇਹ ਇੱਕ ਥੋੜ੍ਹਾ ਧਿਆਨ ਰੱਖਿਓ। ਐਂਡ ਨਾਓ ਦੈਟ ਯੂ ਹੈਵ ਸਟਾਰਟਿਡ ਗੋਇੰਗ ਫॉर ਯੂਰ ਅਦਰ ਰੂਟੀਨ, ਜੋ ਤੁਸੀਂ ਕਰਨਾ ਆ, 8 ਵਜੇ ਤਿਆਰ ਹੋਣ ਲੱਗ ਪਏ ਜਾਂ ਜਿੰਨੇ ਵੀ ਵਜੇ ਹੁੰਦੇ ਹੋ, ਤਿਆਰ ਹੁੰਦੇ ਹੁੰਦੇ ਵੀ ਤੁਹਾਡੇ ਫੋਨ 'ਤੇ ਕੋਈ ਨਾ ਕੋਈ ਇੰਗਲਿਸ਼ ਦਾ ਲੈਕਚਰ ਚੱਲਣਾ ਚਾਹੀਦਾ ਹੈ। ਬਹੁਤ ਇੰਪੋਰਟੈਂਟ ਹੈ। ਡੂ ਨਾਟ ਵੇਸਟ ਅ ਸਿੰਗਲ ਮਿਨਟ ਐਟ ਦਿਸ ਮੂਮੈਂਟ। ਆਪਣਾ ਲੈਕਚਰ ਸੁਣੋ ਆਪਣੇ ਕਾਰ, ਜਾਂ ਤੁਸੀਂ ਕੁਛ ਵੀ ਕਰਦੇ ਹੋ, ਜਿੱਦਾਂ ਵੀ ਜਾਂਦੇ ਹੋ, ਚਾਹੇ ਬੱਸ ਵਿੱਚ ਜਾਂਦੇ ਹੋ, ਉਸ ਵੇਲੇ ਵੀ ਆਪਣਾ ਕੁਛ ਨਾ ਕੁਛ ਹੈਡਫੋਨਸ ਜਾਂ ਸਪੀਕਰਸ ਦੇ ਵਿੱਚ ਕੁਛ ਨਾ ਕੁਛ ਆਡੀਓ ਚਲਾਓ। ਐਂਡ ਅਗਰ ਤੇ ਬੱਸ ਵਿੱਚ ਜਾਂਦੇ ਹੋ ਦੈਨ ਟਰਾਈ ਟੂ ਸੋਲਵ ਲਿਸਨਿੰਗ ਔਨ ਦਾ ਸਪੋਟ। ਬੱਸ ਵਿੱਚ ਬੈਠੇ ਹੀ ਆਰਾਮ ਨਾਲ ਸੋਲਵ ਕਰੀ ਚਲੋ। ਅਗਰ ਤੁਸੀਂ ਕਾਰ ਵਿੱਚ ਜਾਂਦੇ ਹੋ ਦੈਨ ਡੂ ਨਾਟ ਸੋਲਵ, ਟੱਕਰ ਨਾ ਮਰਵਾ ਲਿਓ, ਬਟ ਜਸਟ ਉਹਨੂੰ ਸੁਣੋ ਐਂਡ ਜਸਟ ਓਬਜ਼ਰਵ ਕਰੋ ਯੂਰ ਡਿਫਰੈਂਟ ਥਿੰਗਸ ਜੋ ਤੁਹਾਨੂੰ ਬੋਲੀਆਂ ਜਾਂਦੀਆਂ ਨੇ। ਐਂਡ ਚੈੱਕ ਕਰੋ ਆਪਣੇ ਆਪ ਨੂੰ ਕਿ ਤੁਹਾਨੂੰ ਕਨਵਰਜ਼ੇਸ਼ਨ ਸਮਝ ਆਉਂਦੀ ਹੈ, ਜੋ ਗੱਲਬਾਤ ਕਰਦੇ ਆ ਉਹਦਾ ਮੀਨਿੰਗ ਕਲੀਅਰ ਹੁੰਦਾ। ਨਵੇਂ ਨਵੇਂ ਵਰਡਸ ਦੇਖੋ, ਨਵੇਂ ਨਵੇਂ ਵੋਕੈਬਲਰੀ ਸੁਣੋ, ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਐਂਡ ਇੱਕ ਚੀਜ਼ ਹੋਰ ਧਿਆਨ ਰੱਖੋ ਕਿ ਅਗਰ ਤੁਹਾਡੇ ਕੋਲ ਸੁਣਨ ਦਾ ਟਾਈਮ ਜ਼ਿਆਦਾ ਆ ਵਾਈਲ ਡਰਾਈਵਿੰਗ, ਤੁਸੀਂ ਇੱਕ ਥੋੜ੍ਹਾ ਜਿਹਾ ਆਪਣਾ, ਜੋ ਪਹਿਲਾਂ 6 ਵਜੇ ਤੁਸੀਂ ਸੁਣਿਆ ਸੀਗਾ, ਉਦੋਂ ਖਬਰਾਂ ਸੁਣ ਲਓ, ਇਸ ਵੇਲੇ ਪ੍ਰੋਪਰ ਲਿਸਨਿੰਗ ਦੇ ਪੋਡਕਾਸਟ ਸੁਣੋ, ਇਹ ਬਹੁਤ ਇੰਪੋਰਟੈਂਟ ਹੈ। ਤੁਸੀਂ ਜੌਬ 'ਤੇ ਪਹੁੰਚ ਗਏ, ਠੀਕ ਹੈ, ਜੌਬ 'ਤੇ ਪਹੁੰਚਣ ਤੋਂ ਬਾਅਦ 9 ਤੋਂ ਲੈ ਕੇ ਤੁਹਾਡੇ, ਚਲੋ ਠੀਕ ਹੈ, 2 ਵਜੇ ਤੱਕ ਤੁਸੀਂ ਆਪਣਾ ਕੰਮ ਵਿੱਚ ਸਟਕ ਹੋ, ਯੂ ਆਰ ਬਿਜ਼ੀ ਇਨ ਯੂਰ ਵਰਕ, ਕੋਈ ਚੱਕਰ ਨਹੀਂ, ਕੁਛ ਨਹੀਂ ਕਰਨਾ ਉਸ ਵੇਲੇ, ਜਸਟ ਆਪਣਾ ਕੰਮ ਵੱਲ ਫੋਕਸ ਕਰੋ। ਜੋ ਤੁਹਾਨੂੰ ਲੰਚ ਬ੍ਰੇਕ ਹੁੰਦੀ ਹੈ, ਵਾਈਲ ਹੈਵਿੰਗ ਯੂਰ ਲੰਚ ਬ੍ਰੇਕ ਆਪਣੀ ਕਰਦੇ ਕਰਦੇ ਜਸਟ ਜੋ ਤੁਸੀਂ ਸਵੇਰੇ ਚੀਜ਼ਾਂ ਸੋਚੀਆਂ ਸੀਗੀਆਂ, ਕੀਤੀਆਂ ਸੀਗੀਆਂ, ਵਾਈਲ ਯੂਰ ਰੀਡਿੰਗ ਐਂਡ ਯੂਰ ਲਿਸਨਿੰਗ, ਉਸ ਚੀਜ਼ ਨੂੰ ਇੱਕ ਵਾਰੀ ਰਿਵਾਈਜ਼ ਕਰੋ। ਮਤਲਬ ਤੁਹਾਨੂੰ ਕੋਈ ਕਾਪੀ ਪੈਨ ਚੱਕਣ ਦੀ ਲੋੜ ਨਹੀਂ ਹੈ, ਬਟ ਇਨ ਯੂਰ ਮਾਈਂਡ ਯੂ ਮਸਟ ਥਿੰਕ ਕਿ ਤੁਹਾਡੀਆਂ ਜੋ ਗਲਤੀਆਂ ਹੋਈਆਂ ਸੀਗੀਆਂ, ਟਰੂ ਫਾਲਸ ਗਲਤ ਹੋਏ ਸੀ, ਉਹ ਗਲਤ ਹੋਏ ਕਿਉਂ। ਬੇਟਾ ਇੱਕ ਚੀਜ਼ ਹੋਰ ਧਿਆਨ ਰੱਖੋ, ਐਟ ਦਿਸ ਸਟੇਜ ਤੁਹਾਡਾ ਇੱਕ ਲੈਵਲ ਫਰਕ ਹੈ ਬਾਕੀ ਬੱਚਿਆਂ ਨਾਲੋਂ, 12ਵੀਂ ਦੇ ਬੱਚਿਆਂ ਨਾਲੋਂ ਜਾਂ ਬੈਚਲਰਸ ਦੇ ਬੱਚਿਆਂ ਨਾਲੋਂ। ਜਿਹੜਾ ਬੰਦਾ ਜੌਬ ਕਰ ਰਿਹਾ ਉਹਦੇ ਇੱਕ ਮੈਚੋਰਿਟੀ ਲੈਵਲ ਦਾ ਫਰਕ ਆ ਜਾਂਦਾ। ਸੋ ਇੱਕ ਚੀਜ਼ ਧਿਆਨ ਰੱਖੋ ਕਿ ਤੁਹਾਡਾ ਟਾਈਮ ਓਬਜ਼ਰਵ ਕਰਨ ਵਿੱਚ ਜ਼ਿਆਦਾ ਲੱਗਣਾ ਚਾਹੀਦਾ, ਰਾਦਰ ਦੈਨ ਜਸਟ ਪ੍ਰੈਕਟਿਸਿੰਗ ਨਿਊ ਥਿੰਗਸ। ਸੋ ਓਬਜ਼ਰਵ ਕਰਨਾ ਕਿ ਗਲਤੀ ਅਗਰ ਸਵੇਰੇ ਮੈਂ ਕੀਤੀ ਸੀ ਤਾਂ ਕੀਤੀ ਕਿਉਂ। ਸੋ ਯੂਰ ਹਾਫ ਐਨ ਆਵਰ ਲੰਚ ਟਾਈਮ ਜਾਂ 1 ਘੰਟਾ ਲੰਚ ਟਾਈਮ ਦੈਟਸ ਮਸਟ ਬੀ ਡੈਡੀਕੇਟਿਡ ਟੂ ਜਸਟ ਓਬਜ਼ਰਵਿੰਗ ਯੂਰ ਮਿਸਟੇਕਸ ਔਰ ਲਰਨਿੰਗ ਨਿਊ ਵੋਕੈਬਲਰੀ। ਹੁਣ ਲਰਨਿੰਗ ਨਿਊ ਵੋਕੈਬਲਰੀ ਦੈਟ ਕੈਨ ਬੀ ਡਨ ਥਰੂ ਸਮ ਕਾਈਂਡ ਆਫ ਐਪ, ਕੋਈ ਵੀ ਐਪ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ, ਉਹ ਬਹੁਤ ਈਜ਼ੀ ਰਹੇਗਾ। ਅਗਰ ਤੁਹਾਨੂੰ ਲੱਗਦਾ ਕਿ ਉਹ ਨਹੀਂ ਤੁਹਾਡੇ ਲਈ ਕੰਮ ਕਰ ਰਹੀਆਂ, ਸੋ ਸਵੇਰੇ ਜੋ ਤੁਸੀਂ ਰੀਡਿੰਗ ਸੋਲਵ ਕੀਤੀ ਸੀਗੀ ਉਹਦੇ ਵਿੱਚ ਜੋ ਤੁਹਾਨੂੰ ਮੁਸ਼ਕਿਲ ਵਰਡਸ ਲੱਗੇ ਸੀਗੇ, ਉਹਦੀ ਸਵੇਰੇ ਹੀ ਜਿਹੜਾ ਅੱਧਾ ਘੰਟਾ ਮਿਲਿਆ ਸੀ ਰੀਡਿੰਗ ਕਰਨ ਤੋਂ ਬਾਅਦ, ਉਹਦੀ ਇੱਕ ਲਿਸਟ ਬਣਾ ਲਿਆ ਕਰੋ, ਵਿਚ ਯੂ ਕੈਨ ਰਿਵਾਈਜ਼ ਐਟ ਯੂਰ ਲੰਚ ਟਾਈਮ, ਜੋ ਤੁਸੀਂ ਦੁਪਹਿਰੇ ਲੰਚ ਟਾਈਮ ਕਰਦੇ ਹੋ। ਸੋ ਇਹ ਬਹੁਤ ਇੰਪੋਰਟੈਂਟ ਹੈ, ਤੁਹਾਡੀ ਵੋਕੈਬਲਰੀ ਇੰਪਰੂਵ ਹੋਵੇ, ਦੈਟ ਇਜ਼ ਵੈਰੀ ਕਰੂਸ਼ੀਅਲ ਫॉर ਯੂਰ ਪੇਪਰ। ਐਂਡ ਉਸ ਤੋਂ ਬਾਅਦ ਤੁਸੀਂ ਆਪਣਾ ਦੁਬਾਰਾ ਕੰਮ ਕਰਨ ਲੱਗ ਪਏ, ਠੀਕ ਹੈ, ਤੁਸੀਂ 3 ਤੋਂ ਲੈ ਕੇ 6 ਵਜੇ ਤੱਕ ਕੰਮ ਕੀਤਾ ਜਾਂ 5 ਵਜੇ ਤੱਕ ਕੀਤਾ, ਮੁੜ ਕੇ ਉਸ ਤੋਂ ਬਾਅਦ ਫ੍ਰੀ ਹੋ ਗਏ। ਨਾਓ ਕਮਿੰਗ ਬੈਕ ਟੂ ਯੂਰ ਹੋਮ, ਤੁਸੀਂ ਵਾਪਸ ਆ ਰਹੇ ਹੋ, ਟਰੈਵਲ ਕਰ ਰਹੇ ਹੋ, ਯੂਟੀਲਾਈਜ਼ ਦੈਟ ਟਾਈਮ ਐਜ਼ ਵੈਲ। ਕੁਛ ਨਾ ਕੁਛ ਸੁਣੋ, ਯੂਟਿਊਬ 'ਤੇ ਸਪੀਕਿੰਗ ਸੁਣੋ, ਜਿਵੇਂ ਹੁੰਦੀਆਂ ਨੇ ਕੁਛ ਮੌਕ ਸਪੀਕਿੰਗਸ ਹੁੰਦੀਆਂ ਨੇ, ਜਾਂ ਕੁਛ ਚੈਨਲਸ ਇੱਦਾਂ ਦੇ ਹੈਗੇ ਨੇ ਜਿਹੜੇ ਇੱਕ ਸਪੀਕਿੰਗ ਕੰਡਕਟ ਕਰਦੇ ਨੇ। ਮਾਈ ਸੁਜੈਸ਼ਨ ਇਜ਼ ਕਿ ਰਾਦਰ ਦੈਨ ਜਸਟ ਲਿਸਨਿੰਗ ਟੂ ਦ ਚੈਨਲਸ ਆਫ ਪੰਜਾਬ, ਤੁਸੀਂ ਚਾਹੇ ਉਹਨਾਂ ਚੈਨਲਸ ਨੂੰ ਸੁਣੋ ਜਿਹੜੇ ਕਿ ਬ੍ਰਿਟਿਸ਼ ਨੇ, ਬ੍ਰਿਟਿਸ਼ ਸਪੀਕਰਸ ਨੇ, ਬ੍ਰਿਟਿਸ਼ ਨੇਟਿਵਸ ਨੇ, ਜਿਹੜੇ ਐਗਜ਼ਾਮਸ ਕੰਡਕਟ ਕਰਵਾਉਂਦੇ ਨੇ, ਐਂਡ ਉਹ ਬੜੇ ਆਰਾਮ ਦੇ ਨਾਲ ਉਹ ਚੀਜ਼ ਨੂੰ ਦੇ ਜਸਟ
ਯੂਜ਼ ਕੈਮਰਾਜ਼ ਇਹਨੂੰ ਕਰਕੇ ਉਹਨੂੰ ਰਿਕਾਰਡ ਕਰਕੇ YouTube ਤੇ ਪਾਉਂਦੇ ਨੇ। ਸੋ ਇਹ ਬਹੁਤ ਇੰਪੋਰਟੈਂਟ ਹੈ। ਕੈਂਬਰਿਜ ਦਾ ਆਪਣਾ YouTube ਦਾ ਚੈਨਲ ਹੈ, ਸੋ ਉਹਨੂੰ ਥੋੜ੍ਹਾ ਜਿਹਾ ਧਿਆਨ ਰੱਖੋ, ਉਹ 'ਤੇ ਦੇਖਿਆ ਕਰੋ। ਈਵਨ ਆਈ ਆਲਸੋ ਲਿਸਨ ਟੂ ਦੈਮ, ਸੋ ਦੇ ਆਰ ਵੈਰੀ ਗੁੱਡ। ਸੋ ਇੱਕ ਇਹ ਥੋੜ੍ਹਾ ਧਿਆਨ ਰੱਖੋ ਕਿ ਵਾਈਲ ਕਮਿੰਗ ਬੈਕ ਟੂ ਯੂਰ ਹੋਮ, ਉਹ ਜੋ ਟਰੈਵਲਿੰਗ ਟਾਈਮ ਹੈਗਾ, ਤੁਸੀਂ ਉਸ ਟਰੈਵਲਿੰਗ ਟਾਈਮ ਦੇ ਵਿੱਚ ਇਹ ਚੀਜ਼ਾਂ ਸੁਣ ਸਕਦੇ ਹੋ। ਅੱਛਾ ਠੀਕ ਹੈ, ਚਲੋ ਤੁਸੀਂ ਹੁਣ ਵਾਪਸ ਘਰੇ ਆ ਗਏ, ਠੀਕ ਹੈ, ਇਟਸ ਬੀਨ 7 ਵਜੇ ਹੋਣੇ ਆ ਜਾਂ ਜਿੰਨਾ ਵੀ ਟਾਈਮ ਹੋਇਆ ਹੋਣਾ। ਸਪੈਂਡ ਟਾਈਮ ਵਿਦ ਯੂਰ ਫੈਮਿਲੀ ਬਹੁਤ ਇੰਪੋਰਟੈਂਟ ਹੈ। 7 ਵਜੇ ਤੋਂ ਲੈ ਕੇ ਜਾਂ 8 ਵਜੇ ਤੋਂ ਲੈ ਕੇ ਐਟਲੀਸਟ 1 ਘੰਟਾ ਯੂ ਮਸਟ ਸਪੈਂਡ ਟਾਈਮ ਵਿਦ ਯੂਰ ਫੈਮਿਲੀ। ਸਵੇਰੇ ਨਹੀਂ ਸਪੈਂਡ ਟਾਈਮ ਕੀਤਾ ਕੋਈ ਚੱਕਰ ਨਹੀਂ, ਆਫਿਸ ਤੁਸੀਂ ਪੂਰਾ ਖਚਾ ਖਚ ਹੋਏ ਹੋ, ਬਿਕੋਜ਼ ਸਪੈਂਡਿੰਗ ਟਾਈਮ ਵਿਦ ਫੈਮਿਲੀ ਇਜ਼ ਵੈਰੀ ਇੰਪੋਰਟੈਂਟ। ਇੱਕ ਤਾਂ ਰਿਲੈਕਸ ਹੋਵੋਗੇ, ਇੱਕ ਥੋੜ੍ਹੇ ਰੋਟੀ ਪਾਣੀ ਵੀ ਖਾ ਲਓਗੇ, ਐਂਡ ਈਵਨ ਫੈਮਿਲੀ ਨੂੰ ਵੀ ਲੱਗਾ ਰਹੇਗਾ ਕਿ ਚਲ ਠੀਕ ਹੈ ਕਿਸੇ ਲੇਖੇ ਲੱਗਾ ਹੋਇਆ। ਸੋ ਇਹ ਬਹੁਤ ਇੰਪੋਰਟੈਂਟ ਹੈ। 1 ਘੰਟਾ 1.5 ਘੰਟਾ ਆਫਿਸ ਤੋਂ ਆਉਣ ਤੋਂ ਬਾਅਦ ਜਾਂ ਆਪਣੇ ਕੰਮ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਜਸਟ ਆਪਣਾ ਡੈਡੀਕੇਟ ਕਰੋ ਟੂਵਰਡਸ ਯੂਰ ਫੈਮਿਲੀ। ਇਹ ਕਰਨ ਤੋਂ ਬਾਅਦ ਲੈਟਸ ਅਸਿਊਮ ਅਸੀਂ 8:30 ਵਜੇ ਤੁਸੀਂ ਵਿਹਲੇ ਹੋਏ, 8:30 ਤੋਂ ਬਾਅਦ ਕੁਛ ਨਹੀਂ ਕਰਨਾ, ਜਸਟ ਆਪਣਾ ਜੋ ਇੱਕ ਰਾਈਟਿੰਗ ਦਾ ਮੋਡਿਊਲ ਹੈ ਉਹਨੂੰ ਫੋਕਸ ਕਰੋ। ਰਾਈਟਿੰਗ ਦੇ ਮੋਡਿਊਲ ਲਈ ਮੇਰੀ ਸੁਜੈਸ਼ਨ ਹੈ 1.5 ਘੰਟਾ ਰਾਈਟਿੰਗ ਦੇ ਮੋਡਿਊਲ ਲਈ ਦਿਓ। 1 ਘੰਟਾ ਟੂ ਸੋਲਵ ਟਾਸਕ 1 ਐਂਡ ਟਾਸਕ 2 ਐਂਡ ਅੱਧਾ ਘੰਟਾ ਜਸਟ ਟੂ ਰਿਵਾਈਜ਼ ਅਦਰ ਟਾਸਕ ਜੋ ਆਏ ਹੋਏ ਨੇ। ਅਗਰ ਤੁਸੀਂ ਬੈਂਡ 7 ਬੈਂਡ 9 ਟਾਸਕ ਦੇਖਣਾ ਚਾਹੁੰਦੇ ਹੋ ਵੀ ਇੱਕ ਬੈਂਡ 9 ਐਸੇ ਕਿੱਦਾਂ ਦਾ ਹੁੰਦਾ, ਸੋ ਉਹਦਾ ਇੱਕ ਲਿੰਕ ਦਿੱਤਾ ਹੋਇਆ ਵੈਬਸਾਈਟ ਦਾ ਇਨ ਦ ਡਿਸਕ੍ਰਿਪਸ਼ਨ ਬਾਕਸ, ਯੂ ਕੈਨ ਜਸਟ ਗੋ ਐਂਡ ਚੈੱਕ ਦੋਸ। ਉੱਥੋਂ ਜਾ ਕੇ ਤੁਸੀਂ ਓਬਜ਼ਰਵ ਕਰ ਸਕਦੇ ਹੋ ਕਿ ਬੈਂਡ 9 ਵਾਲਾ ਟਾਸਕ ਕਿੱਦਾਂ ਦਾ ਹੁੰਦਾ, ਈਵਨ 5.5 ਵਾਲਾ ਟਾਸਕ ਕਿੱਦਾਂ ਦਾ ਹੁੰਦਾ, ਐਂਡ ਜਸਟ ਇਵੈਲੂਏਟ ਯੂਰ ਓਨ ਟਾਸਕ ਜੋ ਤੁਸੀਂ ਕੀਤਾ ਆ। ਐਂਡ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਜੋ ਤੁਹਾਨੂੰ ਕਰਨੀ ਚਾਹੀਦੀ ਹੈ, ਵਾਈਲ ਯੂ ਆਰ ਡੂਇੰਗ ਯੂਰ ਰਾਈਟਿੰਗ, ਜਸਟ ਫੋਕਸ ਕਰੋ ਕਿ ਕੁਐਸਚਨ ਜਿਹੜਾ ਆ ਉਹ ਤੁਹਾਨੂੰ ਸਮਝ ਆ ਰਿਹਾ, ਤੁਹਾਡੀ ਜੋ ਪ੍ਰੋਬਲਮਸ ਨੇ ਉਹ ਠੀਕ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਨੇ। ਸੋ ਇਹ ਬਹੁਤ ਇੰਪੋਰਟੈਂਟ ਹੈ। ਐਂਡ 10 ਵਜੇ ਤੋਂ ਬਾਅਦ 10:30 ਤੋਂ ਬਾਅਦ ਹਾਫ ਐਨ ਆਵਰ ਜਸਟ ਗਿਵ ਯੂਰ ਸੈਲਫ ਟੂਵਰਡਸ ਸਪੀਕਿੰਗ। ਔਰ ਸਪੀਕਿੰਗ ਕਰਨੀ ਕਿੱਦਾਂ ਆ, ਜ਼ਰੂਰੀ ਨਹੀਂ ਤੁਹਾਨੂੰ ਕੋਈ ਸਪੀਕਰ ਚਾਹੀਦਾ ਆ, ਠੀਕ ਹੈ, ਐਂਡ ਜਾਂ ਤੁਹਾਨੂੰ ਕੋਈ ਲਿਸਨਰ ਚਾਹੀਦਾ ਹੈ। ਜਸਟ ਯੂ ਕੈਨ ਗੋ ਇਨ ਫਰੰਟ ਆਫ ਦ ਮਿਰਰ ਦੇ ਸਾਹਮਣੇ ਜਾ ਕੇ ਜਸਟ ਤੁਸੀਂ ਬੋਲ ਕੇ ਦੇਖੋ ਹਾਊ ਵੈਲ ਯੂ ਕੈਨ ਸਪੀਕ। ਜਸਟ ਇੱਦਾਂ ਓਬਜ਼ਰਵ ਕਰ ਸਕਦੇ ਹੋ ਆਪਣੇ ਆਪ ਨੂੰ, ਐਂਡ ਇਟਸ ਅ ਵੈਰੀ ਗੁੱਡ ਥਿੰਗ। ਤੁਸੀਂ ਖੁਦ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਵੀ ਤੁਸੀਂ ਯੂ ਕੈਨ ਜਸਟ ਪ੍ਰੈਕਟਿਸ ਇਟ ਐਂਡ ਸੁਣ ਸਕਦੇ ਹੋ। ਸੋ ਇਹ ਬਹੁਤ ਇੰਪੋਰਟੈਂਟ ਹੈ। use the mirror, use your own mobile, just record yourself and ਆਪਣੀ ਆਵਾਜ਼ ਖੁਦ ਸੁਣੋ that how am I sounding, and ਉਸ ਚੀਜ਼ ਨੂੰ ਖੁਦ ਨਾ ਖੁਦ observe ਕਰੋ while listening to the all other sample speakings which are on the YouTube। ਹੁਣ ਇੱਕ ਚੀਜ਼ ਹੋਰ ਤੁਹਾਨੂੰ ਇੱਕ ਹੋਰ ਵਧੀਆ ਗੱਲ ਦੱਸਦਾ which I used to do in my university days। ਸਪੀਕਿੰਗ ਦੀ ਪ੍ਰੈਕਟਿਸ ਕਰਨ ਲਈ ਤੁਸੀਂ ਕਿਸੇ ਵੀ ਕਾਲ ਸੈਂਟਰ ਕਾਲ ਕਰ ਸਕਦੇ ਹੋ, ਕਿਸੇ ਵੀ ਕਸਟਮਰ ਸਰਵਿਸ 'ਤੇ। ਫੋਰ ਐਗਜ਼ਾਮਪਲ ਲੈਟਸ ਸੇ ਆਈ ਹੈਵ ਦਿਸ ਫੋਨ Xiaomi ਦਾ ਜੋ ਕਸਟਮਰ ਸੈਂਟਰ ਹੈ ਜਾਂ ਕਿਸੇ ਵੀ ਚੀਜ਼ ਦਾ ਕਸਟਮਰ ਸੈਂਟਰ ਹੈ, ਸੋ ਕਿਸੇ ਵੀ ਚੀਜ਼ ਦੇ ਕਸਟਮਰ ਸੈਂਟਰ 'ਤੇ ਜਦੋਂ ਉੱਥੇ ਆਉਂਦਾ ਆ ਕਿ ਸਿਲੈਕਟ ਯੂਰ ਲੈਂਗੁਏਜ, ਸੋ ਜਸਟ ਸਿਲੈਕਟ ਯੂਰ ਲੈਂਗੁਏਜ 'ਤੇ ਉੱਥੇ ਇੰਗਲਿਸ਼ ਕਲਿੱਕ ਕਰਕੇ ਤੁਸੀਂ ਆਪਣੀ ਜੋ ਗੱਲਬਾਤ ਕਰਨੀ ਹੈ, ਕਿਸੇ ਪ੍ਰੋਡਕਟ ਬਾਰੇ ਪੁੱਛਣਾ, ਕੋਈ ਸਰਵਿਸ ਬਾਰੇ ਪੁੱਛਣਾ, ਚਾਹੇ ਕਿਸੇ ਬੈਂਕ ਦੇ ਕਸਟਮਰ ਕੇਅਰ ਨੂੰ ਕਾਲ ਕਰ ਦਿੱਤਾ, ਸੋ ਜਸਟ ਤੁਸੀਂ ਇੱਦਾਂ ਵੀ ਓਬਜ਼ਰਵ ਕਰ ਸਕਦੇ ਹੋ ਐਂਡ ਯੂ ਕੈਨ ਪ੍ਰੈਕਟਿਸ ਐਂਡ ਇਹ ਟੋਟਲੀ ਫ੍ਰੀ ਆਫ ਕਾਸਟ ਹੈ। ਤੁਹਾਨੂੰ ਕਿਸੇ ਨੂੰ ਕੁਛ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈਗਾ। ਸੋ ਯੂ ਕੈਨ ਜਸਟ ਸਿੰਪਲੀ ਪਿਕ ਯੋਰ ਫੋਨ ਐਂਡ ਗੂਗਲ ਤੋਂ ਕਿਸੇ ਵੀ ਚੀਜ਼ ਦਾ ਕਸਟਮਰ ਕਰਕੇ ਚੱਕੋ, ਥੋੜ੍ਹਾ ਜਿਹਾ ਪ੍ਰੋਡਕਟ ਬਾਰੇ ਪੜ੍ਹੋ ਐਂਡ ਉਹਦੇ ਬਾਰੇ ਗੱਲਬਾਤ ਕਰਨੀ ਸ਼ੁਰੂ ਕਰ ਦਿਓ। ਜਦੋਂ ਗੱਲਬਾਤ ਕਰੋਗੇ ਤੁਸੀਂ ਦੈਟ ਟੂ ਇਨ ਇੰਗਲਿਸ਼, ਦੈਨ ਦਿਟ ਵਿਲ ਗਿਵ ਅ ਲਿਟਲ ਬੂਸਟ। ਇਹ ਤੁਹਾਨੂੰ ਬੂਸਟ ਮਿਲੇਗਾ ਇਸ ਚੀਜ਼ ਨਾਲ। ਐਂਡ ਅਗਰ ਇਹ ਚੀਜ਼ ਤੁਸੀਂ ਬਾਕੀ ਬੱਚੇ ਵੀ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਐਂਡ ਇੱਕ ਤਰ੍ਹਾਂ ਦਾ ਇੱਕ ਸਮਾਰਟ ਵਰਕ ਹੈ ਵਿਚ ਇਜ਼ ਫ੍ਰੀ ਆਫ ਕਾਸਟ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਰਾਤ ਨੂੰ ਤੁਸੀਂ ਇਹ ਕੰਮ ਕਰ ਸਕਦੇ ਹੋ ਜਾਂ ਕਿਸੇ ਵੀ ਟਾਈਮ ਜਦੋਂ ਤੁਸੀਂ ਫ੍ਰੀ ਹੁੰਦੇ ਹੋ, ਠੀਕ ਹੈ। ਸੋ ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ। ਇਹ ਤਾਂ ਆ ਗਿਆ ਤੁਹਾਡਾ ਜੋ 24 ਘੰਟੇ ਦਾ ਇੱਕ ਰੂਟੀਨ ਹੋਣਾ ਚਾਹੀਦਾ। ਐਂਡ ਮੇਰੀ ਸੁਜੈਸ਼ਨ ਹੈ ਪਲੀਜ਼ 11 ਵਜੇ 11:30 ਵਜੇ ਸੌਂ ਜਾਓ, ਬਿਕੋਜ਼ ਸਵੇਰੇ ਫਿਰ ਦੁਰੇ 5 ਵਜੇ ਉੱਠ ਕੇ ਯੂ ਜਸਟ ਨੀਡ ਟੂ ਅਗੇਨ ਸਟਾਰਟ ਯੂਰ ਰੂਟੀਨ। ਹੁਣ ਆ ਜਾਓ ਕੋਚਿੰਗ ਅਗਰ ਲੈਣੀ ਹੈ ਤਾਂ ਕਦੋਂ ਲੈਣੀ ਹੈ। ਦੇਰ ਆਰ ਮੈਨੀ ਵਿਚ ਕੰਸੀਡਰ ਕਿ ਸ਼ਾਮੀ ਈਵਨਿੰਗ ਬੈਚ ਲੈ ਲਾਂਗੇ, 6 ਵਜੇ ਲੈ ਲਾਂਗੇ, 7 ਵਜੇ ਲੈ ਲਾਂਗੇ, ਐਂਡ ਬਹੁਤੇ ਇੰਸਟੀਟਿਊਟ ਦਿੰਦੇ ਵੀ ਹੈਗੇ ਆ। ਮੇਰੀ ਸੁਜੈਸ਼ਨ ਆ ਕਿ ਜਿਹੜਾ ਉਹ ਬੈਚ ਸਿਸਟਮ ਹੈ ਨਾ, ਦੈਟ ਇਜ਼ ਨਾਟ ਐਕਚੁਅਲੀ ਪ੍ਰੈਕਟੀਕਲ। ਉਹ ਬਹੁਤਾ ਪ੍ਰੈਕਟੀਕਲ ਨਹੀਂ ਹੁੰਦਾ ਕਿਉਂਕਿ ਮਾਈਂਡ ਪਹਿਲਾਂ ਹੀ ਥੱਕਿਆ ਹੁੰਦਾ ਐਂਡ ਕਿੰਨਾ ਕੁ ਤੁਸੀਂ ਕਰ ਲਓਗੇ ਉਸ ਮੌਕੇ 'ਤੇ। ਐਂਡ ਜੇ ਤੁਸੀਂ ਉਹ ਬੈਚ ਲੈਣ ਬਹਿ ਕੇ ਤਾਂ ਫਿਰ ਘਰ ਜਾ ਕੇ ਤਾਂ ਬਿਲਕੁਲ ਹੀ ਨਹੀਂ ਪੜ੍ਹ ਹੋਣਾ। ਸੋ ਮੇਰੀ ਸੁਜੈਸ਼ਨ ਹੈ ਕਿ ਅਗਰ ਤੁਹਾਨੂੰ ਕਿਤੇ ਵੀਕਲੀ ਬੈਚ ਮਿਲੇ ਸੈਟਰਡੇ ਸੰਡੇ ਦਾ, ਚਾਹੇ ਫੁੱਲ ਡੇ ਮਿਲ ਜੇ, ਸਵੇਰੇ ਚਾਹੇ 10 ਵਜੇ ਜਾ ਕੇ ਤੁਸੀਂ ਆਰਾਮ ਦੇ ਨਾਲ ਉੱਥੇ ਗਏ, ਥੋੜ੍ਹਾ ਬਹੁਤਾ ਆਪਣਾ ਪੁੱਛਿਆ ਕੀਤਾ ਐਂਡ 5 ਵਜੇ ਤੱਕ ਵਾਪਸ ਆ ਗਏ, ਦੈਨ ਦਿਸ ਥਿੰਗ ਇਜ਼ ਵੈਰੀ ਗੁੱਡ। ਈਵਨ ਅਗਰ ਹਾਫ ਡੇ ਬੈਚ ਵੀ ਮਿਲ ਗਿਆ।
ਅਗਰ ਨਹੀਂ ਮਿਲਦਾ ਤੇ ਸੰਡੇ ਦਾ ਮਿਲ ਜਾਵੇ ਤਾਂ ਵੀ ਬਹੁਤ ਵਧੀਆ। ਉਹਦੇ ਨਾਲ ਹੋਏਗਾ ਕੀ ਕਿ ਜੋ ਤੁਸੀਂ ਰਾਈਟਿੰਗਸ ਕੀਤੀਆਂ ਨੇ which you were observing yourself, the speaking which were you doing your own self, and even ਜੋ ਤੁਸੀਂ ਲੱਗਦਾ ਸੀਗਾ ਕਿ ਮੈਂ ਠੀਕ ਕਰ ਰਿਹਾ, you can just evaluate yourself from somebody else। ਤੁਸੀਂ ਕਿਸੇ ਦੇ ਪਰਸਪੈਕਟਿਵ ਤੋਂ ਆਪਣੇ ਆਪ ਨੂੰ evaluate ਕਰ ਸਕਦੇ ਹੋ। ਲਿਸਨਿੰਗ ਤੇ ਰੀਡਿੰਗ ਤਾਂ ਚਲੋ ਠੀਕ ਹੈ, ਨੰਬਰ ਤੁਹਾਨੂੰ ਪਤਾ ਲੱਗ ਗਿਆ ਕਿ 7 ਬੈਂਡ ਆਏ, 6 ਬੈਂਡ ਆਏ, 5 ਬੈਂਡ ਆਏ, ਕਿੰਨੇ ਬੈਂਡ ਆਏ, that you know, but writing and your speaking ਇਹ ਦੋ ਮੋਡਿਊਲ ਦੀ ਤੁਸੀਂ ਵੱਖਰੀ ਕੋਚਿੰਗ ਲੈ ਸਕਦੇ ਹੋ ਸੈਟਰਡੇ ਐਂਡ ਸੰਡੇ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਹਾਡਾ ਕੋਚਿੰਗ ਦਾ ਟਾਈਮ ਜਿਹੜਾ ਹੈਗਾ ਆ ਉਹ ਸੈਟਰਡੇ ਸੰਡੇ ਹੋ ਜਾਏਗਾ। ਉਹਦੇ ਨਾਲ ਤੁਹਾਨੂੰ ਇੱਕ ਥੋੜਾ ਰਿਲੀਫ ਵੀ ਮਿਲੇਗਾ ਐਂਡ ਯੂ ਵਿਲ ਈਵਨ ਬਿਕਮ ਮੋਰ ਕੌਨਫੀਡੈਂਟ ਕਿ ਹਾਂ ਚੱਲ ਠੀਕ ਹੈ, ਆਈ ਐਮ ਔਨ ਰਾਈਟ ਟਰੈਕ। ਸੋ ਇਨ ਕੇਸ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਵੇਰੇ ਉੱਠ ਕੇ ਕੋਚਿੰਗ ਲਓਗੇ, ਮੇਰੇ ਅਕੋਰਡਿੰਗ ਉਹ ਕੋਈ ਬਹੁਤ ਫਿਜ਼ੀਬਲ ਨਹੀਂ ਹੈਗਾ। ਸੋ ਇਹ ਇੱਕ ਈਜ਼ੀ ਸੁਜੈਸ਼ਨ ਹੈ ਵਿਚ ਯੂ ਕੈਨ ਫੋਲੋ ਕਿ ਸੈਟਰਡੇ ਸੰਡੇ ਤੁਸੀਂ ਆਰਾਮ ਨਾਲ ਜਾ ਕੇ ਆਪਣੀ ਕੋਚਿੰਗ ਵਗੈਰਾ ਦਾ ਟਾਈਮ ਰੱਖ ਸਕਦੇ ਹੋ, ਵਿਚ ਇਜ਼ ਐਕਚੁਅਲੀ ਵੈਰੀ ਗੁੱਡ। ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈਗਾ, ਠੀਕ ਹੈ। ਸੋ ਇਹ ਇੱਕ ਚੀਜ਼ ਤੁਸੀਂ ਬਹੁਤ ਆਰਾਮ ਨਾਲ ਕਰ ਸਕਦੇ ਹੋ। ਬੈਸਟ ਪਾਰਟ ਇਜ਼ ਯੂਟੀਲਾਈਜ਼ ਯੂਰ ਐਵਰੀ ਮਿਨਟ। ਇਹ ਬਹੁਤ ਇੰਪੋਰਟੈਂਟ ਹੈ। ਰਾਦਰ ਦੈਨ ਕਿ ਹਾਏ ਮੈਂ ਬਹੁਤ ਔਖਾ ਆ, ਮੈਂ ਹੁਣ ਨੌਕਰੀ ਵੀ ਕਰ ਰਿਹਾ, ਨਾਲ ਆਇਲਸ ਵੀ ਕਰ ਰਿਹਾ, ਕਿੰਨਾ ਕੁਛ ਮੈਂ ਕਰਾਂ। ਜਸਟ ਐਡਮਿਟ ਕਿ ਕਰਨਾ ਤਾਂ ਪੈਣਾ ਹੀ ਹੈ। ਪਹਿਲਾਂ ਤਾਂ ਇਹ ਐਡਮਿਟ ਕਰ ਲਓ। ਦੂਜੀ ਗੱਲ, ਹਰ ਮਿਨਟ ਆਪਣਾ ਯੂਟੀਲਾਈਜ਼ ਕਰੋ ਪ੍ਰੋਪਰਲੀ ਐਂਡ ਇਨ ਅ ਵੈਰੀ ਮੀਨਿੰਗਫੁਲ ਮੈਨਰ। ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਾਂ, ਤੁਹਾਡੇ ਸਾਹਮਣੇ ਬਹੁਤ ਇੱਦਾਂ ਦੇ ਵਰਡਸ ਆਉਂਦੇ ਨੇ, ਬਹੁਤ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਵਿਚ ਆਰ ਇਨ ਫਰੰਟ ਆਫ ਯੂ। ਤੁਸੀਂ ਕਿਦੋਂ ਜਾ ਰਹੇ ਹੋ, ਕਿਸੇ ਬੋਰਡ 'ਤੇ ਕੁਛ ਇੰਗਲਿਸ਼ ਲਿਖੀ ਹੋਈ ਹੈ, ਜਾਂ ਤੁਸੀਂ ਕੁਛ ਪ੍ਰੋਡਕਟ ਬਾਏ ਕੀਤਾ ਉਹਦੇ ਉੱਤੇ ਇੰਗਲਿਸ਼ ਲਿਖੀ ਹੋਈ ਹੈ। ਹੁਣ ਈਵਨ ਅਗਰ ਮੋਬਾਈਲ ਫੋਨ ਦੇ ਵਿੱਚ ਹੈ, ਮੋਬਾਈਲ ਫੋਨ ਦੇ ਵਿੱਚ ਯੂ ਯੂਜ਼ ਯੂਰ ਮੋਬਾਈਲ, ਐਂਡ ਮੋਬਾਈਲ ਦੇ ਵਿੱਚ ਵੀ ਬਹੁਤ ਇੱਦਾਂ ਦੇ ਵਰਡਸ ਨੇ ਵਿਚ ਆਰ ਦੇਅਰ, ਜਿਹਨਾਂ ਤੋਂ ਤੁਹਾਨੂੰ ਸਪੈਲਿੰਗ ਤੁਸੀਂ ਦੇਖ ਸਕਦੇ ਹੋ, ਚਾਹੇ ਕੰਟੈਕਟ ਦੇ ਹੋਣ, ਚਾਹੇ ਉਹ ਕਿਸੇ ਵੀ ਚੀਜ਼ ਹੋ ਸਕਦੇ ਆ। ਐਮਾਜ਼ੋਨ ਦੇ ਸਪੈਲਿੰਗ ਹੈਗੇ ਆ, ਅਸਿਸਟੈਂਟ ਦੇ ਸਪੈਲਿੰਗ ਹੈਗੇ ਆ। ਤੁਹਾਡੇ ਸਾਹਮਣੇ ਇੰਗਲਿਸ਼ ਜਿਹੜੀ ਹੈਗੀ ਆ ਉਹ ਇਟ ਇਜ਼ ਆਲਵੇਅਰ। ਤੁਸੀਂ ਉਸ ਚੀਜ਼ ਨੂੰ ਕਿੰਨਾ ਓਬਜ਼ਰਵ ਕਰਦੇ ਹੋ, ਇਹ ਬਹੁਤ ਇੰਪੋਰਟੈਂਟ ਹੈ। ਸੋ ਰਾਦਰ ਦੈਨ ਬਲੇਮਿੰਗ ਐਨੀਥਿੰਗ ਔਨ ਐਨੀਬਡੀ, ਜਸਟ ਇੱਕ ਚੀਜ਼ ਧਿਆਨ ਰੱਖਿਓ ਦੈਟ ਐਵਰੀਥਿੰਗ ਇਜ਼ ਇਨ ਫਰੰਟ ਆਫ ਯੂ। ਤੁਸੀਂ ਕਦੋਂ ਸ਼ੁਰੂ ਕਰਨਾ, ਬਸ ਇਸ ਚੀਜ਼ 'ਤੇ ਡਿਪੈਂਡ ਕਰਦਾ ਹੈ। ਇੰਗਲਿਸ਼ ਦੇ ਸਪੈਲਿੰਗਸ ਤੁਹਾਨੂੰ ਮੋਬਾਈਲ ਤੋਂ ਫੇਸਬੁੱਕ ਚਲਾਉਂਦੇ, ਇੰਸਟਾਗ੍ਰਾਮ ਚਲਾਉਂਦੇ ਤੁਹਾਨੂੰ ਚਾਰੋਂ ਪਾਸੇ ਮਿਲਣਗੇ। ਐਂਡ ਅਗਰ ਆਫਿਸ ਦੇ ਵਿੱਚ ਤੁਸੀਂ ਜੋ ਕੰਮ ਕਰ ਰਹੇ ਹੋ ਉਹਦੇ ਵਿੱਚੋਂ ਵੀ ਤੁਹਾਡਾ ਕਿਤੇ ਨਾ ਕਿਤੇ ਉਸ ਇੰਗਲਿਸ਼ ਰਿਲੇਟਡ ਹੈਗਾ ਆ, ਦੈਨ ਯੂਟੀਲਾਈਜ਼ ਦੈਟ ਟਾਈਮ ਐਜ਼ ਵੈਲ। ਉਦੋਂ ਵੀ ਨਵੇਂ ਵਰਡ ਸਿੱਖੋ, that is very crucial। ਐਂਡ ਤੁਹਾਡੇ ਕੋਲ ਤੁਹਾਡਾ ਜੋ ਪ੍ਰੈਕਟਿਸ ਮਟੀਰੀਅਲ ਹੈ ਤੁਹਾਡੇ ਬੈਗ ਦੇ ਵਿੱਚ ਹੋਣਾ ਚਾਹੀਦਾ, ਬਿਕੋਜ਼ ਜਿੱਥੇ ਵੀ ਤੁਹਾਨੂੰ ਟਾਈਮ ਮਿਲੇ, ਚਾਹੇ ਆਫਿਸ ਮਿਲੇ, ਚਾਹੇ ਘਰ ਮਿਲੇ, ਚਾਹੇ ਤੁਹਾਡੇ ਟਰੈਵਲਿੰਗ ਟਾਈਮ ਮਿਲੇ, ਕਿਤੇ ਵੀ ਮਿਲੇ, ਹੋ ਸਕਦਾ ਜਾਮ ਹੀ ਲੱਗ ਜਾਵੇ। ਸੋ ਜਾਮ ਲੱਗ ਜੇ, ਲੇਟ ਘਰ ਪਹੁੰਚੋਗੇ, ਵਾਟ ਵਿਲ ਯੂ ਡੂ? ਸੋ ਉਸ ਵੇਲੇ ਪ੍ਰੈਕਟਿਸ ਕਰ ਲਓ ਆਪਣੀ, ਹੋਰ ਕੀ ਚਾਹੀਦਾ। ਸੋ ਇਹ ਬਹੁਤ ਇੰਪੋਰਟੈਂਟ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਬਿਕੋਜ਼ ਟਾਈਮ ਇਜ਼ ਵੈਰੀ ਕ੍ਰੂਸ਼ੀਅਲ। ਐਂਡ all those books which were you all requesting in the comment box ਕਿ ਸਰ GT ਦੀਆਂ ਬੁੱਕਸ ਚਾਹੀਦੀਆਂ ਨੇ ਜਾਂ ਅਕੈਡਮਿਕ ਦੀਆਂ ਹੋਰ ਬੁੱਕਸ ਦੇ ਦਿਓ, all the books are available in the link ਜੋ ਇੱਕ ਡਾਊਨ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। So guys, just go to that link and just download all the books, that's free of cost। ਤੁਹਾਡਾ ਘਰੇ ਬਹਿ ਕੇ ਪ੍ਰੈਕਟਿਸ ਕਰਨਾ ਜਾਂ ਜੌਬ ਕਰਦੇ ਕਰਦੇ ਆਪਣੇ ਆਇਲਸ ਨੂੰ ਕਰੈਕ ਕਰਨਾ, that is reality, then ਤੁਸੀਂ ਕਰ ਸਕਦੇ ਹੋ with the help of material ਜੋ ਪ੍ਰੋਵਾਈਡ ਕੀਤਾ ਗਿਆ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ, ਐਂਡ ਥੈਂਕ ਯੂ ਫॉर ਗਿਵਿੰਗ ਯੂਰ ਪ੍ਰੀਸ਼ੀਅਸ ਟਾਈਮ। ਐਂਡ ਇਫ ਯੂ ਵਾਂਟ ਮੋਰ ਕਲੈਰਿਟੀ ਜਾਂ ਮੋਰ ਐਲੈਬੋਰੇਸ਼ਨ ਔਨ all the things that I've told today, ਤੁਸੀਂ ਕਮੈਂਟ ਬਾਕਸ ਵਿੱਚ ਉਹ ਗੱਲ ਕਰ ਸਕਦੇ ਹੋ। ਮੈਂ ਰਿਪਲਾਈ ਜਿੰਨਾ ਛੇਤੀ ਕਰ ਪਾਊਂਗਾ ਮੈਂ ਕਰੂੰਗਾ, ਐਂਡ ਇਟਸ ਅ ਵੈਰੀ ਗੁੱਡ ਥਿੰਗ that we can just make a beautiful platform for everybody। Thank you everybody।